इस वक्त दो वड्डियां खबरां ਜਿਹੜੀਆਂ ਨੇ इस वक्त चर्चा ਦਾ ਵਿਸ਼ਾ ਬੜੀਆਂ ਹੋਈਆਂ ਨੇ। ਪ੍ਰਧਾਨ ਮੰਤਰੀ ਹੋਵੇ ਉਹ ਕਹਿ ਦੇਵੇ ਕਿ ਦੂਸਰਾ ਮੁਲਕ ਜਿਹੜਾ ਹੈਗਾ ਉਹ ਸਾਡੇ ਦੇਸ਼ 'ਚ ਆਣ ਕੇ ਕਿਲਿੰਗ ਕਰਵਾ ਰਿਹਾ। ਲੱਗਦਾ ਕਿ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ। ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਅਕਸਰ ਹੀ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਦਨ ਦੇ ਬਾਹਰ ਵੀ ਝੂਠ ਬੋਲਦੇ ਆ, ਅੰਦਰ ਵੀ ਝੂਠ ਬੋਲਦੇ ਆ। ਲੇਕਿਨ ਉਹ ਤਾਂ ਦੇਸ਼ਾਂ ਦੀ ਇੱਕ ਆਪਣੀ ਪਰੰਪਰਾ ਆ, ਰਾਸ਼ਟਰਪਤੀ ਆ ਬਿਆਨ ਜਾ ਕੇ ਦਿੰਦੇ ਆ ਤਾਂ ਉਹ ਬਿਨਾਂ ਇਨਫੋਰਮੇਸ਼ਨ ਤੋਂ, ਬਿਨਾਂ ਕਿਸੇ ਸਬੂਤ ਤੋਂ ਨਹੀਂ ਦੇ ਸਕਦੇ। ਉਹਨਾਂ ਨੇ ਜਿਹੜੀ ਉਹਦੀ ਸਟੇਟਮੈਂਟ ਅਸੀਂ ਸੁਣ ਰਹੇ ਹਾਂ ਉਹਦੇ ਵਿੱਚ ਸਾਫ਼ ਤੌਰ ਤੇ ਜ਼ਿਕਰ ਹੈ, ਕਹਿੰਦੇ ਕਿ ਜਦੋਂ ਮੈਂ ਭਾਰਤ ਦੇ ਵਿੱਚ ਸੀਗਾ G20 ਸੰਮੇਲਨ ਦੇ ਦੌਰਾਨ ਮੈਂ ਕੋਸ਼ਿਸ਼ ਕੀਤੀ ਉੱਥੇ ਦੇ ਲੋਕਾਂ ਨੂੰ ਵੀ ਇਹ ਜਾਣੂ ਕਰਵਾਉਣ ਦੀ ਵੀ ਇਦਾਂ ਦੀਆਂ ਚੀਜ਼ਾਂ ਹੋਈਆਂ ਨੇ। ਉਹਨਾਂ ਨੇ ਇੰਨਾ ਲੰਮਾ ਇਹਦੇ 'ਚ ਡਿਸਕਸ਼ਨ ਕਰਕੇ ਇੱਕ ਮਾਡਲ ਚੁਣਿਆ ਹੈਗਾ ਆ, ਲੋਕਤੰਤਰੀ ਮਾਡਲ, ਅਤੇ ਉਹਨੂੰ ਡੈਮੇਜ ਕਰਨ ਵਾਲੀਆਂ ਇਹ ਘਟਨਾਵਾਂ ਨੇ। ਪਹਿਲੀ ਘਟਨਾ ਨਹੀਂ ਹੈਗੀ ਕਿ ਏਜੰਸੀਆਂ ਪਹਿਲੀ ਵਾਰੀ ਇਸ ਤੋਂ ਪਹਿਲਾਂ ਤਲਾਸ਼ੀ ਕਾਂਡ ਹੋਇਆ ਸੀਗਾ ਉਹਦੇ ਵਿੱਚ ਬਾਰੇ ਵੀ, ਲੇਕਿਨ ਜਿਹੜੇ ਸੋ ਕਾਲਡ ਕਿ ਉਹਨਾਂ ਦੇ ਦੋਸ਼ੀ ਆ ਜਾਂ ਉਹਨਾਂ ਨਾਲ ਸੰਬੰਧਿਤ ਹੈ ਉਹ ਤਾਂ ਇੱਥੇ ਦਿੱਲੀ ਆ ਕੇ ਸਾਡੇ ਹਾਕਮਾਂ ਨੂੰ ਮਿਲਦੇ ਰਹੇ ਆ। ਕਿ ਪੰਜਾਬ 'ਚ ਇਸ ਵੇਲੇ ਕੋਈ ਖਾਲਿਸਤਾਨੀ ਮੂਵਮੈਂਟ ਨਹੀਂ ਚੱਲ ਰਹੀ ਹੈਗੀ ਕਿ ਇਦਾਂ ਦੀਆਂ ਚੀਜ਼ਾਂ ਕਰਨੀਆਂ ਪੈ ਜਾਣ ਕਿ ਵਿਦੇਸ਼ੀ ਮੁਲਕ ਦੇ ਵਿੱਚ ਜਾ ਕੇ ਉੱਥੇ ਕਿਲਿੰਗ ਕਰਵਾਉਣੀਆਂ ਪੈ ਜਾਣ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਟੇਟਮੈਂਟ ਦਿੱਤੀ ਹੈ ਕਿ ਕਿਲਿੰਗ ਦੇ ਪਿੱਛੇ ਤਾਰ ਜੁੜੇ ਹੈਗੇ ਨੇ ਤਾਂ ਜਿਹੜੀਆਂ 2024 ਦੀਆਂ, ਤਾਂ ਉਹ ਪੋਲੀਟੀਕਲ ਜਿਹੜਾ ਤਾਣਾ ਬਾਣਾ ਹੈਗਾ ਉਹਨੂੰ ਆਪਣੇ ਹਿਸਾਬ ਨਾਲ ਸਿਰਜਣ ਦੇ ਲਈ ਇਹ ਚੀਜ਼ਾਂ ਕੀਤੀਆਂ ਗਈਆਂ। ਰਾਜਨੀਤਿਕ ਪਾਰਟੀਆਂ ਦੀਆਂ ਜ਼ਰੂਰਤਾਂ ਨੇ ਇੱਥੋਂ ਦੀਆਂ, ਉਹਨਾਂ ਅਨੁਸਾਰ ਹੀ ਹੋ ਸਕਦਾ ਕਿਉਂਕਿ ਇੱਕ ਧਿਰ ਲੱਗੀ ਹੋਈ ਹੈ, ਕੁਝ ਲੋਕ ਲੱਗੇ ਹੋਏ ਆ ਜਿਹੜੇ ਮੋਦੀ ਨੂੰ ਇੱਕ ਨਾਇਕ ਸਾਬਤ ਕਰਨਾ ਚਾਹੁੰਦੇ ਆ ਕਿ ਉਹ ਐਡਾ ਬਹਾਦਰ ਹੈ ਕਿ ਦੇਸ਼ ਦੇ ਦੁਸ਼ਮਣਾਂ ਨੂੰ ਉਹ 7 ਸਮੁੰਦਰ ਪਾਰ ਹੋਣ ਉਹਨਾਂ ਨਾਲ ਵੀ ਨਜਿੱਠਣਾ ਜਾਣਦਾ। ਉਹਨਾਂ ਨੇ ਇੱਕ ਮੋਦੀ ਨੂੰ ਇੱਕ ਦੇਵਤੇ ਦੇ ਰੂਪ ਦੇ ਵਿੱਚ, ਇੱਕ ਨਾਇਕ ਦੇ ਰੂਪ ਦੇ ਵਿੱਚ ਖੜਾ ਕਰਨਾ ਆ। ਆਸਟ੍ਰੇਲੀਆ ਤੋਂ ਵੀ ਖਬਰ ਆਈ, ਉਹਦੇ ਵਿੱਚ ਸਾਫ਼ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਜਦੋਂ ਉਸ ਵੇਲੇ ਹਿੰਦੂ ਟੈਂਪਲਸ ਤੇ ਅਟੈਕ ਹੋਇਆ ਸੀ ਤਾਂ ਉਹਦੇ ਪਿੱਛੇ ਵੀ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕੁਝ ਸਿੱਖਾਂ ਨੇ ਅਟੈਕ ਕੀਤਾ, ਉਹਨਾਂ ਨੇ ਸਲੋਗਨ ਲਿਖੇ, ਪਰ ਹੁਣ ਰਿਪੋਰਟ ਆਈ ਉਹਦੇ ਵਿੱਚ ਸਾਫ਼ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਉਹਨਾਂ ਦਾ ਕੋਈ ਸ਼ਮੂਲੀਅਤ ਨਹੀਂ ਸੀ, ਇਹ ਬਲਕਿ ਕੁਝ ਹਿੰਦੂਆਂ ਦੇ ਕੁਝ ਆਗੂ ਸੀ ਜਿਨ੍ਹਾਂ ਦੇ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਲੱਗਦਾ ਕਿ ਸਿੱਖਾਂ ਦੀ ਛਵੀ ਓਵਰਆਲ ਵਿਗਾੜਨ ਦੀ ਕੋਸ਼ਿਸ਼ ਸੀ ਉਹ ਵੀ। ਲੇਕਿਨ ਇੱਥੇ ਦੋਸ਼ ਤਾਂ ਲੱਗਦੇ ਰਹੇ ਆ, ਤੇ ਕਿਉਂਕਿ ਸਿੱਖਾਂ ਦਾ ਜਿਹੜਾ ਧਰਮ ਹੈ, ਗੁਰਮਤ ਹੈ, ਉਹ ਕਿਸੇ ਵੀ ਧਰਮ ਦੇ ਇਹ ਜਿਹੜਾ ਸਥਾਨ ਹੈ ਉਹਨੂੰ ਤੋੜਨ ਦੀ ਆਗਿਆ ਹੀ ਨਹੀਂ ਦਿੰਦਾ। ਜਿਹੜਾ ਬੰਦਾ ਕਿਸੇ ਦੇ ਧਰਮ ਦੇ ਸਥਾਨ ਤੇ ਜਾ ਕੇ ਅਟੈਕ ਕਰ ਰਿਹਾ ਹੈ ਉਹ ਕੁਝ ਵੀ ਹੋ ਸਕਦਾ ਲੇਕਿਨ ਸਿੱਖ ਨਹੀਂ ਹੋ ਸਕਦਾ। ਟਰੂਡੋ ਹੁਣਾਂ ਦਾ ਬਿਆਨ ਆਇਆ, ਉਸ ਤੋਂ ਬਾਅਦ ਟਵਿੱਟਰ ਦੇ ਉੱਪਰ ਤੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਅਲੱਗ ਤਰੀਕੇ ਦੀ ਮੂਵਮੈਂਟ ਸ਼ੁਰੂ ਹੋ ਗਈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹ ਖਾਲਿਸਤਾਨ ਮੂਵਮੈਂਟ ਜਿਹੜੀ ਹੈ ਉਹਨੂੰ ਲੀਡ ਕਰਨਗੇ। ਬਹੁਤ ਸਾਰੇ ਅਫੀਸ਼ੀਅਲ ਜਿਹੜੇ ਜਿਨ੍ਹਾਂ ਦੇ ਬਲੂ ਟਿਕ ਲੱਗਾ ਹੁੰਦਾ ਉਹ ਚੈਨਲ ਜਿਹੜੇ ਨੇ ਉਹ ਵੀ ਲਗਾਤਾਰ ਟਿੱਪਣੀਆਂ ਕਰ ਰਹੇ ਨੇ ਕਿ ਖਾਲਿਸਤਾਨ ਮੂਵਮੈਂਟ ਨੂੰ ਵਧਾਵਾ ਦੇ ਰਹੇ ਨੇ ਪ੍ਰਧਾਨ ਮੰਤਰੀ ਟਰੂਡੋ। ਇਹਦਾ ਅਸਰ ਤਾਂ ਸਾਰੀ ਦੁਨੀਆ ਤੇ, ਗਲੋਬਲ ਤੇ ਹੈ, ਦੁਨੀਆ ਤੁਹਾਨੂੰ ਦੇਖ ਰਹੀ ਹੈ। ਇਹਦੇ ਨਾਲ ਤੁਹਾਡਾ ਹੋਰ ਅਕਸ ਖਰਾਬ ਹੋਏਗਾ। ਗਲਤ ਟਰੋਲ ਚੱਲਦੇ ਆ, ਗਲਤ IT ਸੈੱਲ, ਗਲਤ ਜਿਹੜੇ ਲੋਕ ਪ੍ਰਚਾਰ ਕਰ ਰਹੇ ਆ, ਉਹ ਦੇਸ਼ ਦਾ ਓਵਰਆਲ ਨੁਕਸਾਨ ਕਰ ਰਿਹਾ। ਓਵਰਆਲ ਤਸਵੀਰ ਕਿਹਦੀ ਖਰਾਬ ਹੋਏਗੀ? ਦੇਸ਼ ਦੀ ਖਰਾਬ ਹੋਏਗੀ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਜਦੋਂ ਅਸੀਂ ਭਾਰਤੀ ਰਾਜਨੀਤੀ ਦੀ ਗੱਲ ਕਰੀਏ ਤਾਂ ਇਸ ਵਕਤ ਦੋ ਵੱਡੀਆਂ ਖਬਰਾਂ ਜਿਹੜੀਆਂ ਨੇ ਇਸ ਵਕਤ ਚਰਚਾ ਦਾ ਵਿਸ਼ਾ ਬੜੀਆਂ ਹੋਈਆਂ ਨੇ। ਇੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਟਿੱਪਣੀ ਤੇ ਇੱਕ ਆਸਟ੍ਰੇਲੀਆ ਤੋਂ ਆਈ ਹੋਈ ਰਿਪੋਰਟ। ਬਹੁਤ ਸਾਰੀਆਂ ਚੀਜ਼ਾਂ ਇਹਨਾਂ ਦੋ ਖਬਰਾਂ ਨੇ ਸਪਸ਼ਟ ਕੀਤੀਆਂ ਨੇ ਕਿ ਭਾਰਤ ਇਸ ਵਕਤ ਕਰ ਕੀ ਰਿਹਾ ਹੈਗਾ ਤੇ ਜਿਹੜੇ ਇੱਥੇ ਬੈਠੇ ਸਿੱਖ ਨੇ ਜਾਂ ਪੂਰੇ ਸਿੱਖ ਡਾਇਸਪੋਰਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਵੱਖ-ਵੱਖ ਦੇਸ਼ਾਂ ਦੇ ਵਿੱਚ ਬੈਠੇ ਹੋਏ ਸਿੱਖ ਨੇ, ਉਹਨਾਂ ਦੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਹੈਗਾ। ਤਾਂ ਬਹੁਤ ਸਾਰੇ ਸਵਾਲ, ਬਹੁਤ ਸਾਰੇ ਕਿੰਤੂ ਪਰੰਤੂ ਨੇ, ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਇਹ ਸਟੇਟਮੈਂਟ ਕਿ ਜਿਹੜੀ ਉੱਥੇ ਕਤਲ ਹੋ ਰਹੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਭਾਰਤ ਦੀ ਸ਼ਮੂਲੀਅਤ ਹੈਗੀ ਹੈ, ਬਹੁਤ ਵੱਡਾ ਸਵਾਲ ਹੈ। ਇਹਨੂੰ ਲੈ ਕੇ ਬਹੁਤ ਸਾਰੇ ਲੋਕ ਇਸ ਵੇਲੇ ਚਿੰਤਾ ਕਰ ਰਹੇ ਨੇ ਕਿ ਆਖਿਰਕਾਰ ਇੱਦਾਂ ਦੀ ਸਟੇਟਮੈਂਟ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਿਉਂ ਦਿੱਤੀ ਗਈ। ਸਾਡੇ ਨਾਲ ਖੁਸ਼ਹਾਲ ਸਿੰਘ ਜੀ ਹੋਣਗੇ, ਕੇਂਦਰੀ ਸਿੰਘ ਸਭਾ ਦੇ ਆਗੂ ਨੇ, ਕਿਉਂਕਿ ਲਗਾਤਾਰ ਪੰਜਾਬ ਦੇ ਸਿੱਖ ਮਸਲਿਆਂ ਨੂੰ ਲੈ ਕੇ ਸੁਚੇਤ ਰਹਿੰਦੇ ਨੇ। ਜਦੋਂ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਕੇਸ ਨਜ਼ਰੀਆ ਨਾਲ ਦੇਖਦੇ ਨੇ, ਸਮਝਣ ਦੀ ਕੋਸ਼ਿਸ਼ ਕਰਾਂਗੇ। ਖੁਸ਼ਹਾਲ ਜੀ, ਦੋ ਬੜੀਆਂ ਅਹਿਮ ਟਿੱਪਣੀਆਂ। ਸਭ ਤੋਂ ਪਹਿਲੀ ਤਾਂ ਇਹੀ ਕਿ ਦੇਸ਼ ਦਾ ਇੱਕ ਪ੍ਰਧਾਨ ਮੰਤਰੀ ਹੋਵੇ ਉਹ ਕਹਿ ਦੇਵੇ ਕਿ ਦੂਸਰਾ ਮੁਲਕ ਜਿਹੜਾ ਹੈਗਾ ਉਹ ਸਾਡੇ ਦੇਸ਼ 'ਚ ਆਣ ਕੇ ਕਿਲਿੰਗ ਕਰਵਾ ਰਿਹਾ। ਲੱਗਦਾ ਕਿ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਇਹ। ਬਿਲਕੁਲ ਜੀ, ਜਦੋਂ ਸਾਡਾ ਗ੍ਰਾਫ ਪਹਿਲਾਂ ਹੀ ਮਨੁੱਖੀ ਅਧਿਕਾਰਾਂ ਦੇ ਮਸਲੇ ਤੇ ਹੋਰ ਮਨੁੱਖ ਪ੍ਰੈਸ ਦੀ ਆਜ਼ਾਦੀ ਦੇ ਪਹਿਲਾਂ ਥੱਲੇ ਆ ਰਿਹਾ, ਲਗਾਤਾਰ ਥੱਲੇ ਆ ਰਿਹਾ, ਉਸ ਸਮੇਂ ਪਾਰਲੀਮੈਂਟ ਦੇ ਵਿੱਚ ਕਹੀ ਜਾਣੀ ਕਿਸੇ ਪ੍ਰਧਾਨ ਮੰਤਰੀ ਵੱਲੋਂ ਆਪਣੇ ਪਾਰਲੀਮੈਂਟ ਜਿਹੜਾ ਪਵਿੱਤਰ ਸਦਨ ਹੈ ਉਹਦੇ ਵਿੱਚ ਜਿਹੜਾ ਜਵਾਬ ਦਿੱਤਾ ਜਾਣਾ, ਕਿਉਂਕਿ ਸਾਡੇ ਤਾਂ ਇਸ ਤਰ੍ਹਾਂ ਦੀ ਪਰੰਪਰਾ ਹੈਗੀ ਹੈ। ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਅਕਸਰ ਹੀ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਦਨ ਦੇ ਬਾਹਰ ਵੀ ਝੂਠ ਬੋਲਦੇ ਆ, ਅੰਦਰ ਵੀ ਝੂਠ ਬੋਲਦੇ ਆ। ਲੇਕਿਨ ਉਹ ਤਾਂ ਦੇਸ਼ਾਂ ਦੀ ਇੱਕ ਆਪਣੀ ਪਰੰਪਰਾ ਆ,
ਉਹ ਆਪਣੀਆਂ ਸੰਸਥਾਵਾਂ ਦੀ ਕਦਰ ਕਰਦੇ ਆ, ਉਹਨਾਂ ਦੇ ਪਿੱਛੇ ਇਤਿਹਾਸ ਹੈ, ਲਿਗੈਸੀ ਆ ਉਹਨਾਂ ਦੀ। ਉਹ ਆਪਣੀ ਪਰੰਪਰਾ ਦੇ ਵਿੱਚ ਆਪਣੀ ਪਵਿੱਤਰ ਸਦਨ ਹੈ ਜਿਹੜਾ, ਉਹਦੇ ਵਿੱਚ ਕਈ ਝੂਠਾ ਬਿਆਨ ਨਹੀਂ ਦਿੰਦੇ। ਇਸ ਕਰਕੇ ਉੱਥੇ ਦਿੱਤਾ ਗਿਆ ਬਿਆਨ ਹੈ ਜਿਹੜਾ, ਉਹ ਸਾਡੇ ਵਾਸਤੇ ਖਾਸ ਮਹੱਤਵ ਰੱਖਦਾ, ਸਾਰੀ ਦੁਨੀਆ ਦੇ ਵਾਸਤੇ ਰੱਖਦਾ ਹੈ। ਹੁਣ ਅਸੀਂ ਪੰਜਾਬ 'ਚ ਰਹਿਣ ਵਾਲੇ ਤਾਂ ਜਾਣਦੇ ਹਾਂ ਕਿ ਇੱਥੇ ਦੀ ਜਿਹੜੀਆਂ ਏਜੰਸੀਆਂ ਨੇ ਉਹ ਜਾਂ ਨਿਆਂ ਪ੍ਰਣਾਲੀ ਕੀ ਕਰਦੀ ਹੈ, ਕਿਸ ਤਰ੍ਹਾਂ ਆਪਰੇਟ ਕਰਦੀ ਹੈ, ਲੇਕਿਨ ਬਾਹਰ ਦੁਨੀਆ ਦੇ ਵਿੱਚ ਨਹੀਂ ਪਤਾ ਹੈਗਾ। ਹੁਣ ਕੋਈ ਵੀ ਜਿਹੜਾ ਦੇਸ਼ ਹੈ ਉਹ ਆਪਣੇ ਦੇਸ਼ ਦੇ ਵਿੱਚ ਇਹ ਟੋਲਰੇਟ ਨਹੀਂ ਕਰ ਸਕਦਾ ਕਿ ਬਾਹਰ ਦੀ ਏਜੰਸੀ ਜਾ ਕੇ ਉਹਨਾਂ ਦੇ ਨਾਗਰਿਕ ਨੂੰ ਜਾ ਕੇ ਉਹ ਕਤਲ ਕਰਦੇ। ਇਹ ਤਾਂ ਬਹੁਤ। ਤੇ ਦੂਸਰੀ ਗੱਲ ਹੈ ਕਿ ਜੋ ਉੱਥੋਂ ਦੇ ਜਿਹੜੇ ਲੋਕ ਨੇ, ਉਹ ਜਦ ਪਬਲਿਕ ਹੈ, ਜਦੋਂ ਕੋਈ ਪ੍ਰੈਸ਼ਰ ਪਾਉਂਦੀ ਆ ਕਿਸੇ ਪੋਲੀਟੀਕਲ ਲੀਡਰ ਦੇ ਉੱਤੇ, ਤਾਂ ਉਹਨੂੰ ਦੀ ਜਵਾਬਦੇਹੀ ਬਣਦੀ ਹੈ। ਇਸ ਕਰਕੇ ਉਹਨਾਂ ਨੇ ਹੁਣ ਇਲੈਕਸ਼ਨ 'ਚ ਜਾਣਾ ਹੈ ਅਗਲੇ ਸਾਲ, ਟਰੂਡੋ ਨੇ, ਤਾਂ ਉਹਦੇ ਵਾਸਤੇ ਮਜਬੂਰੀ ਵੀ ਆ ਕਿ ਉਹ ਜਿਹੜਾ ਆ ਉੱਥੋਂ ਦੀ ਜਨਤਾ ਦੇ ਸਾਹਮਣੇ। ਹਾਲਾਂਕਿ ਕੈਨੇਡਾ ਦੇ ਵਿੱਚ ਸਿੱਖਾਂ ਦੀ ਐਡੀ ਆਬਾਦੀ ਨਹੀਂ ਕਿ ਬਹੁਤ ਵੱਡੀ ਆਬਾਦੀ ਦੇ ਵਿੱਚ ਉਹ ਜਿਹੜੀ ਵੋਟਾਂ ਨੂੰ ਪ੍ਰਭਾਵਿਤ ਕਰ ਸਕਣ, ਲੇਕਿਨ ਇਹ ਉਹਨਾਂ ਦੇ ਜਿਹੜਾ ਇੱਕ ਸਵਾਲ ਮੌਲਿਕਤਾ ਦਾ ਵੀ ਸਵਾਲ ਹੈਗਾ ਆ, ਉਹਨਾਂ ਦੇ ਮੋਰਲ ਵੈਲਿਊ ਨੇ ਜਿਹੜਾ, ਉਹਨਾਂ ਦਾ ਵੀ ਸਵਾਲ ਹੈਗਾ ਆ। ਤਾਂ ਉਹਨਾਂ ਦੇ ਨੇ ਜਿਹੜਾ ਬਿਆਨ ਦਿੱਤਾ ਹੈ, ਭਾਰਤ ਦੇ ਏਜੰਸੀਆਂ ਜਿਹੜੇ ਕੰਮ ਕਰਨ ਦੇ ਤਰੀਕੇ ਆ, ਉਹਨਾਂ ਨੂੰ ਜ਼ਰੂਰ ਸਵਾਲਾਂ ਦੇ ਘੇਰੇ 'ਚ ਖੜਾ ਕਰਦਾ ਹੈ। ਦੂਸਰਾ ਉਹਨਾਂ ਦਾ ਇੱਕ ਪਿਛੋਕੜ ਹੈ, ਜਿਹੜਾ ਉੱਥੇ ਜਿਹੜਾ ਬੰਦਾ ਜਿਹੜਾ ਇੱਥੋਂ ਦਾ ਸੀਗਾ ਰਾਜਦੂਤ ਘਰਾਣੇ ਦੇ ਵਿੱਚੋਂ, ਜਿਹੜਾ ਉਹਨੂੰ ਕੀਤਾ ਗਿਆ ਹੈ, ਉਹ ਘਰ ਦੇ ਵਿੱਚੋਂ ਡਿਸਮਿਸ ਕੀਤਾ ਗਿਆ ਜਾਂ ਹਾਂ ਤੇ ਸਫੀਰ ਨੂੰ ਕੀਤਾ ਗਿਆ। ਤਾਂ ਉਹ ਜਿਹੜਾ ਵਿਅਕਤੀ ਆ, ਉਹਦਾ ਇੱਕ ਪਿਛੋਕੜ ਹੈਗਾ ਆ ਪੰਜਾਬ ਦੇ ਵਿੱਚ। ਉਹਨੇ ਜਿਹੜਾ ਆ ਡੋਵਾਲ ਦੇ ਨਾਲ ਰਹਿ ਕੇ ਕੰਮ ਕੀਤਾ ਆ। ਇੱਥੇ ਉਹਦੇ ਦੋਸ਼ ਲੱਗਦੇ ਰਹੇ ਕਿ ਉਹ ਦਰਬਾਰ ਸਾਹਿਬ ਦੇ ਵਿੱਚ ਹਥਿਆਰ ਪਹੁੰਚਾਉਣ ਦੇ ਵਿੱਚ, ਸਿੱਖਾਂ ਨੂੰ ਬਦਨਾਮ ਕਰਨ ਦੇ ਵਿੱਚ ਇੱਕ ਉਹਦਾ ਰੋਲ ਜ਼ਰੂਰ ਰਿਹਾ ਆ। ਤੇ ਉਹਨੇ ਪੂਰੇ ਪ੍ਰੈਸ ਦੇ ਵਿੱਚ ਨੈਰੇਟਿਵ ਸਿਰਜਣਾ ਸਿੱਖਾਂ ਦੇ ਖਿਲਾਫ, ਤੇ ਉਹਦਾ ਇੱਕ ਹਿੱਸਾ ਹੈਗਾ ਆ। ਤੇ ਹੁਣ ਜਦੋਂ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸਿਆਸੀ ਹਾਲਾਤ ਨਹੀਂ ਹੈਗੇ ਕਿ ਕੋਈ ਖਾਲਿਸਤਾਨ ਦੀ ਮੂਵਮੈਂਟ ਚੱਲ ਰਹੀ ਹੈ, ਉਹਨਾਂ ਦੇ ਨਾਲ ਕੋਈ ਇੱਥੇ ਫਰਕ ਪੈ ਸਕਦਾ ਆ, ਕੋਈ ਫਰਕ ਨਹੀਂ ਪੈਣ ਵਾਲਾ, ਕਿਉਂਕਿ ਇੱਥੇ ਕੋਈ ਮੂਵਮੈਂਟ ਤਾਂ ਉਸ ਤਰ੍ਹਾਂ ਦੀ ਖਾਲਿਸਤਾਨ ਚੱਲ ਨਹੀਂ ਰਹੀ ਹੈਗੀ, ਤੇ ਨਾ ਹੀ ਕੋਈ ਸਿਆਸੀ ਲੋਕਾਂ ਦੀ ਕੋਈ ਏਡਾ ਵੱਡਾ ਐਜੀਟੇਸ਼ਨ ਇੱਥੇ ਚੱਲ ਰਹੀ ਹੈ। ਉਸ ਦੌਰ ਦੇ ਵਿੱਚ ਤੁਸੀਂ ਜਿਹੜਾ ਆ ਇਸ ਉਹਨਾਂ ਬੰਦਿਆਂ ਦਾ ਕਤਲ ਕਰਨਾ ਸਮਝ ਤੋਂ ਬਾਹਰ ਦੀ ਗੱਲ ਹੈਗੀ ਹੈ। ਕਿਉਂਕਿ ਉਹ ਹੋ ਸਕਦਾ, ਅਸੀਂ ਤਾਂ ਵੱਡੇ ਪੱਧਰ 'ਤੇ ਹੀ ਸਮਝ ਰਿਹਾ ਸੀ ਪੰਜਾਬ ਦੇ ਵਸਣ ਵਾਲੇ, ਕਿ ਹੋ ਸਕਦਾ ਉਹਨਾਂ ਦੀ ਆਪਣੀ ਕੋਈ ਪਾਰਟੀਬਾਜ਼ੀ ਦੇ ਵਿੱਚੋਂ, ਖਹਿਬਾਜ਼ੀ ਦੇ ਵਿੱਚੋਂ, ਕਿਸੇ ਗਰੁੱਪਬਾਜ਼ੀ ਦੇ ਵਿੱਚੋਂ ਜਿਹੜਾ ਆ ਇਹ ਕਤਲ ਹੋ ਗਿਆ ਹੋਵੇ। ਲੇਕਿਨ ਜਦੋਂ ਪ੍ਰਧਾਨ ਮੰਤਰੀ ਪਵਿੱਤਰ ਸਦਨ ਦੇ ਵਿੱਚ ਉਹਨਾਂ ਦੇ ਜਿਹੜੇ ਰਾਸ਼ਟਰਪਤੀ ਆ ਬਿਆਨ ਜਾ ਕੇ ਦਿੰਦੇ ਆ, ਤਾਂ ਉਹ ਬਿਨਾਂ ਇਨਫੋਰਮੇਸ਼ਨ ਤੋਂ, ਬਿਨਾਂ ਕਿਸੇ ਸਬੂਤ ਤੋਂ ਨਹੀਂ ਦੇ ਸਕਦੇ। ਤੇ ਇਹ ਵੀ ਲੱਗਦਾ ਕਿ ਜਦੋਂ ਭਾਰਤ ਆਏ ਸੀਗੇ, ਉਹ ਜਿਸ ਤਰ੍ਹਾਂ ਦਾ ਬਿਹੇਵੀਅਰ ਭਾਰਤ ਦੇ ਸਰਕਾਰ ਵੱਲੋਂ ਉਹਨਾਂ ਨਾਲ ਕੀਤਾ ਜਾ ਰਿਹਾ ਸੀ, ਤਾਂ ਉਹਨਾਂ ਕੋਲ ਰਿਪੋਰਟ ਸੀ, ਉਹਨਾਂ ਨੇ ਜ਼ਰੂਰ ਸਾਂਝੀ ਕੀਤੀ ਹੋਣੀ ਮੋਦੀ ਸਾਹਿਬ। ਇਹ ਵੀ ਚਰਚਾ ਆਈ ਹੈ ਉਹਨਾਂ ਨੇ, ਜਿਹੜੀ ਉਹਦੀ ਸਟੇਟਮੈਂਟ ਅਸੀਂ ਸੁਣ ਰਹੇ ਹਾਂ, ਉਹਦੇ ਵਿੱਚ ਸਾਫ਼ ਤੌਰ 'ਤੇ ਜ਼ਿਕਰ ਆਇਆ, ਕਹਿੰਦਾ ਕਿ ਜਦੋਂ ਮੈਂ ਭਾਰਤ ਦੇ ਵਿੱਚ ਸੀਗਾ G20 ਸੰਮੇਲਨ ਦੇ ਦੌਰਾਨ, ਮੈਂ ਕੋਸ਼ਿਸ਼ ਕੀਤੀ ਉੱਥੇ ਦੇ ਲੋਕਾਂ ਨੂੰ ਵੀ ਇਹ ਜਾਣੂ ਕਰਵਾਉਣ ਦੀ ਵੀ ਇੱਦਾਂ ਦੀਆਂ ਚੀਜ਼ਾਂ ਹੋਈਆਂ ਨੇ। ਤਾਂ ਕਹਿੰਦੇ ਕਿ ਇਹ ਜਿਹੜੀ ਚੀਜ਼ ਹੈ, ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਬੜੇ ਸ਼ੰਕੇ, ਬੜੇ ਸਵਾਲ ਖੜੇ ਕਰਦੀ ਕਿ ਸ਼ਾਇਦ ਉਸ ਤੋਂ ਬਾਅਦ ਇੱਦਾਂ ਦਾ ਵਤੀਰਾ ਕੀਤਾ ਗਿਆ ਉਹਨਾਂ ਦੇ ਨਾਲ। ਬਿਲਕੁਲ ਜੀ, ਇਹ ਹੋ ਸਕਦਾ, ਕਿਉਂਕਿ ਅਸੀਂ ਦੇਖਿਆ ਪਹਿਲਾਂ ਵੀ ਹੋਇਆ, ਬਹੁਤ ਵਾਰੀ ਹੋਇਆ, ਪਹਿਲੀ ਵਾਰੀ ਨਹੀਂ ਹੋਇਆ। ਇੱਥੇ ਜਿਹੜੇ ਬਾਹਰੋਂ ਜਿਹੜੇ ਆਉਂਦੇ ਹੈਗੇ ਆ, ਬਾਹਰਲੇ ਦੇਸ਼ਾਂ ਦੇ ਲੋਕ, ਉਹਨਾਂ ਨੂੰ ਪ੍ਰੈਸ ਕਾਨਫਰੰਸ ਨਾ ਕਰਨ ਦੇਣੀ, ਇਹਦਾ ਵੀ ਇੱਕ ਆਪਣਾ ਪਿਛੋਕੜ ਹੈਗਾ। ਪ੍ਰੈਸ ਦੇ ਵਿੱਚ ਜੋ ਸਥਿਤੀ ਹੈ ਸਾਡੇ ਸਾਹਮਣੇ ਹੈ। ਲੇਕਿਨ ਇਹਦੇ ਨਾਲ ਕੋਈ ਇਹ ਗੱਲ ਨਹੀਂ ਵੀ ਇਕੱਲਾ ਮੋਦੀ ਦੀ ਜਾਂ ਇੱਕ ਸਰਕਾਰ ਦੀ ਹੈਗੀ ਆ, ਇਹ ਓਵਰਆਲ ਦੇਸ਼ ਦੀ ਜਿਹੜੀ ਹੈਗੀ ਆ ਸਵਾਲ ਹੈ, ਉਹਦੇ ਸਾਹਮਣੇ ਖੜਿਆ ਹੈਗਾ। ਤੇ ਉਹ ਇਕੱਲਾ ਮੋਦੀ ਕੇ ਭਾਰਤੀ ਜਨਤਾ ਪਾਰਟੀ ਦਾ ਨੁਕਸਾਨ ਨਹੀਂ ਕਰ ਰਹੇ, ਇਹ ਸਾਰੇ ਦੇਸ਼ ਦੀ ਜਿਹੜੀ ਇੱਕ ਬਣੀ ਹੋਈ ਤਸਵੀਰ ਹੈ, ਜਿਹੜੀ ਇੰਨੇ ਸਾਲ ਤੋਂ ਇੰਨੇ ਪੁਰਖਿਆਂ ਨੇ, ਜਿਹੜੇ ਸਾਡੇ ਸੰਵਿਧਾਨ ਘਾਟ ਨਹੀਂ ਸੀਗੀ, ਉਹਨਾਂ ਨੇ ਇੰਨਾ ਲੰਮਾ ਇਹਦੇ 'ਚ ਡਿਸਕਸ਼ਨ ਕਰਕੇ ਇੱਕ ਮਾਡਲ ਚੁਣਿਆ ਹੈਗਾ ਆ, ਲੋਕਤੰਤਰੀ ਮਾਡਲ, ਤੇ ਉਹਨੂੰ ਡੈਮੇਜ ਕਰਨ ਵਾਲੀਆਂ ਘਟਨਾਵਾਂ ਨੇ ਇਹਨਾਂ ਦੇ ਉੱਤੇ। ਹਾਲਾਂਕਿ ਪਹਿਲੀ ਘਟਨਾ ਨਹੀਂ ਹੈਗੀ ਕਿ ਏਜੰਸੀਆਂ ਪਹਿਲੀ ਵਾਰੀ, ਇਸ ਤੋਂ ਪਹਿਲਾਂ ਕਨਾਸ਼ੀ ਕਾਂਡ ਹੋਇਆ ਸੀਗਾ ਉਹਦੇ ਵਿੱਚ ਬਾਰੇ ਵੀ, ਲੇਕਿਨ ਜਿਹੜੇ ਸੋ ਕਾਲਡ ਇਹ ਉਹਨਾਂ ਦੇ ਦੋਸ਼ੀ ਆ ਜਾਂ ਉਹਨਾਂ ਨਾਲ ਸੰਬੰਧਿਤ ਹੈ, ਉਹ ਤਾਂ ਇੱਥੇ ਦਿੱਲੀ ਆ ਕੇ ਸਾਡੇ ਹਾਕਮਾਂ ਨੂੰ ਮਿਲਦੇ ਰਹੇ ਆ। ਇਹ ਵੱਡੇ ਸਵਾਲ ਹੈਗੇ ਆ। ਸੋ ਇਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਆ ਉਹ ਜਿਹੜੀ ਉਹਨਾਂ ਨੇ ਜੋ ਵੀ ਪ੍ਰਤੀਕਰਮ ਕੀਤੇ ਹੈਗੇ ਦਿੱਤੇ ਆ, ਉਹਦੇ ਨਾਲ ਭਾਰਤ ਦੀ ਸਥਿਤੀ ਹੈ ਉਹ ਬੜੀ ਡੈਮੇਜ ਹੋਈ ਹੈਗੀ ਆ। ਖੁਸ਼ਹਾਲ ਜੀ, ਇੱਕ ਬੜੀ ਚੀਜ਼ ਸਮਝਣ ਵਾਲੀ ਹੈ ਕਿ ਇੱਦਾਂ ਦੇ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ 'ਚ ਇਸ ਵੇਲੇ ਕੋਈ ਖਾਲਿਸਤਾਨੀ ਮੂਵਮੈਂਟ ਨਹੀਂ ਚੱਲ ਰਹੀ ਹੈਗੀ, ਕਿ ਇੱਦਾਂ ਦੀਆਂ ਚੀਜ਼ਾਂ ਕਰਨੀਆਂ ਪੈ ਜਾਣ ਕਿ ਵਿਦੇਸ਼ੀ ਮੁਲਕ ਦੇ ਵਿੱਚ ਜਾ ਕੇ ਉੱਥੇ ਕਿਲਿੰਗ ਕਰਵਾਉਣੀਆਂ ਪੈ ਜਾਣ,
ਤੇ ਆਪਣੇ ਆਪ ਦੇ ਵਿੱਚ ਇਹ ਬਹੁਤ ਕਿਉਂਕਿ ਹੱਲੇ ਵੀ ਬਹੁਤ ਸਾਰੀਆਂ ਚੀਜ਼ਾਂ ਸਪਸ਼ਟ ਹੋਣ ਵਾਲੀਆਂ ਨੇ। ਅਸੀਂ ਸਿੱਧੇ ਤੌਰ ਤੇ ਇਲਜ਼ਾਮ ਨਹੀਂ ਲਾ ਸਕਦੇ, ਪਰ ਜਦੋਂ ਅਸੀਂ ਇਸ ਪੂਰੀ ਖਬਰ ਨੂੰ ਪੜ੍ਹਨਾ ਪ੍ਰਧਾਨ ਮੰਤਰੀ ਦੇ ਬਿਆਨਾਂ ਤੇ, ਕਿਉਂਕਿ ਖਾਸ ਕਰਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਟੇਟਮੈਂਟ ਦਿੱਤੀ ਹੈ ਕਿ ਕਿਲਿੰਗ ਦੇ ਪਿੱਛੇ ਤਾਰ ਜੁੜੇ ਹੈਗੇ ਨੇ, ਤਾਂ ਇਦਾਂ ਦੇ ਕੀ ਹਾਲਾਤ ਬਣ ਗਏ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਕੀ ਉਹ ਲੋਕ ਕਰ ਰਹੇ ਸੀਗੇ ਕਿ ਭਾਰਤ ਦੇ ਵਿੱਚ ਕੀ ਜਿਹੜੀ ਸ਼ਾਂਤੀ ਸੀ ਉਹਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ, ਜਾਂ ਕਈ ਇਦਾਂ ਦੀਆਂ ਚੀਜ਼ਾਂ ਕਰ ਰਹੇ ਸੀ ਜਿਹੜੇ ਨਾਲ ਭਾਰਤ ਦੇ ਵਿੱਚ ਅਸਥਿਰਤਾ ਪੈਦਾ ਹੋ ਸਕਦੀ ਸੀ, ਜਾਂ ਇਹਦੇ ਪਿੱਛੇ ਪੋਲੀਟੀਕਲ ਕਾਰਨ ਤੁਸੀਂ ਸਮਝੋ ਕਿ ਪੰਜਾਬ ਦੀ ਜਿਹੜੀ ਇਸ ਵੇਲੇ ਕਿਉਂਕਿ ਵੋਟਾਂ ਆ ਜਾਣੀਆਂ 2024 ਦੀਆਂ, ਤਾਂ ਉਹ ਪੋਲੀਟੀਕਲ ਜਿਹੜਾ ਤਾਣਾ ਬਾਣਾ ਹੈਗਾ ਉਹਨੂੰ ਆਪਣੇ ਹਿਸਾਬ ਨਾਲ ਸਿਰਜਣ ਦੇ ਲਈ ਇਹ ਚੀਜ਼ਾਂ ਕੀਤੀਆਂ ਗਈਆਂ। ਕਾਰਨ ਕੀ ਮੰਨਦੇ ਹੋ ਇਹਦੇ ਪਿੱਛੇ? ਨਹੀਂ, ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਦੀਆਂ ਜ਼ਰੂਰਤਾਂ ਨੇ ਇੱਥੋਂ ਦੀਆਂ, ਉਹਨਾਂ ਅਨੁਸਾਰ ਹੀ ਹੋ ਸਕਦਾ, ਕਿਉਂਕਿ ਇੱਕ ਧਿਰ ਲੱਗੀ ਹੋਈ ਹੈ, ਕੁਝ ਲੋਕ ਲੱਗੇ ਹੋਏ ਆ ਜਿਹੜੇ ਮੋਦੀ ਨੂੰ ਇੱਕ ਨਾਇਕ ਸਾਬਤ ਕਰਨਾ ਚਾਹੁੰਦੇ ਆ ਕਿ ਉਹ ਐਡਾ ਬਹਾਦਰ ਹੈ ਕਿ ਦੇਸ਼ ਦੇ ਦੁਸ਼ਮਣਾਂ ਨੂੰ ਉਹ ਸੱਤ ਸਮੁੰਦਰ ਪਾਰ ਹੋਣ ਉਹਨਾਂ ਨਾਲ ਵੀ ਨਜਿੱਠਣਾ ਜਾਣਦਾ। ਹੋਰ ਤਾਂ ਇਹਦਾ ਕੁਝ ਵੀ ਨਹੀਂ ਹੈਗਾ। ਤੇ ਉਹਨਾਂ ਨੇ ਇੱਕ ਮੋਦੀ ਨੂੰ ਇੱਕ ਦੇਵਤੇ ਦੇ ਰੂਪ ਦੇ ਵਿੱਚ, ਇੱਕ ਨਾਇਕ ਦੇ ਰੂਪ ਦੇ ਵਿੱਚ ਖੜਾ ਕਰਨਾ ਆ। ਉਸ ਵਾਸਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਕਾਰਵਾਈਆਂ ਕਰਨੇ। ਵੈਸੇ ਤਾਂ ਪੰਜਾਬ ਦੇ ਵਿੱਚ ਇਹਦਾ ਕੋਈ ਅਰਥ ਨਹੀਂ ਹੈਗਾ, ਕੋਈ ਇਸ ਤਰ੍ਹਾਂ ਦੀ ਤਾਂ ਗੱਲ ਹੈ ਨਹੀਂ। ਅੱਜ ਦਾ ਇਵੇਂ ਦਾ ਦੌਰ ਨਹੀਂ ਕਿ ਤੁਸੀਂ ਸਿੱਖਾਂ ਦਾ ਇੱਕ ਆਪਣਾ ਕਿਰਦਾਰ ਹੈ, ਆਪਣਾ ਇੱਕ ਸੱਭਿਆਚਾਰ ਹੈ ਜਿਹਦੇ ਸਿਰ ਤੇ ਸਰਵਾਈਵ ਕਰ ਰਹੇ ਆ। ਤੇ ਹੁਣ ਜੇ ਤੁਸੀਂ ਆਹ ਮਾਹੌਲ ਨਹੀਂ ਹੈਗਾ ਕਿ ਤੁਸੀਂ ਦੇਸ਼ ਦੇ ਵਿੱਚ ਖਲਨਾਇਕ ਬਣਾ ਕੇ ਉਹਨਾਂ ਨੂੰ ਪੇਸ਼ ਕਰ ਦੋਗੇ। ਸਾਰਾ ਦੇਸ਼ ਸਾਨੂੰ ਕਿਸਾਨ ਸੰਘਰਸ਼ ਤੋਂ ਬਾਅਦ ਔਰ ਖਾਲਸਾ ਏਡ ਦੀਆਂ ਸਰਗਰਮੀਆਂ ਤੋਂ ਬਾਅਦ ਜਾਣਨ ਲੱਗ ਗਿਆ। ਸਾਡੀ ਕੋਈ ਕਾਫੀ ਪਛਾਣ ਹੈਗੀ ਆ ਜੀ ਕਿਸ ਤਰ੍ਹਾਂ ਦੇ ਲੋਕ ਆ। ਸੋ ਉਹਦੇ ਨਾਲ ਅਤੇ ਸਾਡਾ ਭਾਰਤ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸੋ ਸਾਡਾ ਅੱਜ ਵੀ ਜਿਹੜੀਆਂ ਸਾਡੀਆਂ ਸੈਨਾ ਹੈਗੀ, ਰੱਖਿਆ ਦਾ ਮਸਲਾ ਆ, ਉੱਥੇ ਵੱਡਾ ਯੋਗਦਾਨ ਹੈ। ਤਾਂ ਉਹਨੂੰ ਨਹੀਂ ਮਤਲਬ ਇਗਨੋਰ ਕੀਤਾ ਜਾ ਸਕਦਾ। ਇਹ ਕੁਛ ਧਿਰ ਹੋ ਸਕਦੀ ਹੈ, ਉਹਦੇ ਨਾਲ ਸਰਕਾਰ ਦੇ ਕਿਸ ਹਿੱਸੇ ਦੀ ਸਹਿਮਤੀ ਹੈ, ਨਹੀਂ ਸਹਿਮਤੀ ਹੈਗੀ, ਉਹ ਆਪਣੇ ਲੈਵਲ ਤੇ ਕੋਈ ਇਸ ਤਰ੍ਹਾਂ ਦੇ, ਕਿਉਂਕਿ ਇੱਥੇ ਬਹੁਤ ਕੁਝ ਹੋ ਰਿਹਾ ਹੋ ਜਾਂਦਾ ਇਸ ਤਰ੍ਹਾਂ। ਏਜੰਸੀਆਂ ਵੀ ਆਪਣੇ ਲੈਵਲ ਤੇ ਬਹੁਤ ਕੁਝ ਆਪਰੇਟ ਕਰ ਜਾਂਦੀਆਂ ਨੇ। ਹੋ ਸਕਦਾ ਉਹ ਭਾਰਤ ਦੀ ਉਹ ਵੱਡੀ ਨੀਤੀ ਦਾ ਹਿੱਸਾ ਨਾ ਹੋਵੇ, ਪਰੰਤੂ ਇਹ ਤਾਂ ਮੌਕਾ ਹੀ ਦੱਸੇਗਾ। ਲੇਕਿਨ ਜਿਹੜਾ ਇੱਥੇ ਦਾ ਇਤਿਹਾਸ ਹੈ, ਭਾਵੇਂ ਖਾਲੜੇ ਨੂੰ ਲੈ ਕੇ ਅਸੀਂ ਦੇਖਦੇ ਨੇ, ਜਿਹੜੇ ਦੋਸ਼ੀ ਅਧਿਕਾਰੀ ਸੀ ਉਹਨਾਂ ਨੂੰ ਹਜੇ ਤੱਕ ਕੋਈ ਸਜ਼ਾ ਨਹੀਂ ਮਿਲੀ। ਦਿੱਲੀ ਕਤਲੇਆਮ ਦੇ ਜਿਹੜੇ ਵਿਟਨੈਸ ਸੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਉਹਨਾਂ ਨਾਲ ਇਨਸਾਫ ਨਹੀਂ ਮਿਲਿਆ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਜਿਹੜਾ ਸਾਡਾ ਓਵਰਆਲ ਦੁਨੀਆ ਦੇ ਵਿੱਚ ਸਾਡਾ ਜਿਹੜਾ ਤਸਵੀਰ ਹੈ ਉਹ ਖਰਾਬ ਤਾਂ ਕਰਦੀਆਂ ਨੇ। ਇੱਕ ਨਾਲ ਦੀ ਨਾਲ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ, ਆਸਟ੍ਰੇਲੀਆ ਤੋਂ ਵੀ ਖਬਰ ਆਈ, ਉਹਦੇ ਵਿੱਚ ਸਾਫ਼ ਤੌਰ 'ਤੇ ਜ਼ਿਕਰ ਕੀਤਾ ਗਿਆ ਕਿ ਜਦੋਂ ਉਸ ਵੇਲੇ ਹਿੰਦੂ ਟੈਂਪਲਸ 'ਤੇ ਅਟੈਕ ਹੋਇਆ ਸੀ ਤਾਂ ਉਹਦੇ ਪਿੱਛੇ ਵੀ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕੁਝ ਸਿੱਖਾਂ ਨੇ ਅਟੈਕ ਕੀਤਾ, ਉਹਨਾਂ ਨੇ ਸਲੋਗਨ ਲਿਖੇ। ਪਰ ਹੁਣ ਰਿਪੋਰਟ ਆਈ, ਉਹਦੇ ਵਿੱਚ ਸਾਫ਼ ਤੌਰ 'ਤੇ ਜ਼ਿਕਰ ਕੀਤਾ ਗਿਆ ਕਿ ਉਹਨਾਂ ਦਾ ਕੋਈ ਸ਼ਮੂਲੀਅਤ ਨਹੀਂ ਸੀ, ਇਹ ਬਲਕਿ ਕੁਝ ਹਿੰਦੂਆਂ ਦੇ ਕੁਝ ਆਗੂ ਸੀ ਜਿਨ੍ਹਾਂ ਦੇ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਲੱਗਦਾ ਕਿ ਸਿੱਖਾਂ ਦੀ ਛਵੀ ਓਵਰਆਲ ਵਿਗਾੜਨ ਦੀ ਕੋਸ਼ਿਸ਼ ਸੀ ਉਹ ਵੀ ਇੱਕ? ਬਿਲਕੁਲ ਜੀ, ਅਸੀਂ ਦੇਖਿਆ ਪਿਛਲੇ ਕੁਝ ਦਿਨ ਦਰਬਾਰ ਸਾਹਿਬ ਜਦੋਂ ਇੱਕ ਲੜਕੀ ਐਂਟਰੀ ਕਰਦੀ ਹੈ ਤਿਰੰਗਾ ਬਣਾ ਕੇ, ਤਾਂ ਉਸ ਤੋਂ ਬਾਅਦ ਜਿਹੜੀ ਟਰੋਲ ਚੱਲੀ ਸੀ, ਪ੍ਰਧਾਨ ਮੰਤਰੀ ਦਾ ਦਫ਼ਤਰ ਵੀ ਉਹਦੇ ਵਾਸਤੇ ਵਰਤਿਆ ਗਿਆ ਸੀਗਾ। ਤੇ ਉਹ ਸਾਰਾ ਕੁਝ ਸਿੱਖਾਂ ਦੇ ਸਾਹਮਣੇ ਸਿੱਖਾਂ ਦੇ ਵਾਸਤੇ ਜੋ ਸਿੱਖਾਂ ਦਾ ਨਰੇਟਿਵ ਸਿੱਖਾਂ ਦੇ ਖਿਲਾਫ ਘੜਿਆ ਜਾ ਰਿਹਾ, ਉਹਦਾ ਵੱਡਾ ਹਿੱਸਾ ਸੀਗਾ ਉਹਦੇ। ਤੇ ਇਹ ਆਸਟ੍ਰੇਲੀਆ ਦੇ ਵਿੱਚ ਜਿਹੜੀ ਰਿਪੋਰਟ ਅਫੀਸ਼ੀਅਲ ਰਿਪੋਰਟ ਆਈ ਹੈ ਉਹਨਾਂ ਦੀ, ਲੇਕਿਨ ਇੱਥੇ ਦੋਸ਼ ਤਾਂ ਲੱਗਦੇ ਰਹੇ ਆ। ਤੇ ਕਿਉਂਕਿ ਸਿੱਖਾਂ ਦਾ ਜਿਹੜਾ ਧਰਮ ਹੈ, ਗੁਰਮਤ ਹੈ, ਉਹ ਕਿਸੇ ਵੀ ਧਰਮ ਦੇ ਇਹ ਜਿਹੜਾ ਸਥਾਨ ਹੈ ਉਹਨੂੰ ਤੋੜਨ ਦੀ ਆਗਿਆ ਹੀ ਨਹੀਂ ਦਿੰਦਾ। ਜਿਹੜਾ ਬੰਦਾ ਕਿਸੇ ਦੇ ਧਰਮ ਦੇ ਸਥਾਨ ਤੇ ਜਾ ਕੇ ਅਟੈਕ ਕਰ ਰਿਹਾ ਹੈ ਉਹ ਕੁਝ ਵੀ ਹੋ ਸਕਦਾ, ਲੇਕਿਨ ਸਿੱਖ ਨਹੀਂ ਹੋ ਸਕਦਾ, ਕਿਉਂਕਿ ਗੁਰਬਾਣੀ ਦੇ ਵਿੱਚ ਇੱਕ ਸਿੱਖ ਦੀ ਇੱਕ ਪਰਿਭਾਸ਼ਾ ਆ। ਸੋ ਉਹ ਜਿਹੜਾ ਸਿੱਖਾਂ ਦੇ ਨਾਂ ਤੇ ਮੜਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਤੇ ਉਹ ਚੱਲ ਨਹੀਂ ਸੀ ਸਕਦੀ, ਕਿਉਂਕਿ ਥੋੜ੍ਹੀ ਬਹੁਤੀ ਸੱਚਾਈ ਹੋਣੀ ਚਾਹੀਦੀ ਹੈ। ਵੇਖੋ, ਆਪਣੇ ਧਰਮ ਤੋਂ ਇਲਾਵਾ ਦੂਸਰੇ ਦੇ ਧਰਮ ਦਾ ਜਿਹੜਾ ਹੈਗਾ ਆ ਉਹਦੇ ਵਿੱਚ ਤੁਹਾਨੂੰ ਕੋਈ ਸਿਧਾਂਤਕ ਕਿਤੋਂ ਸਹਾਇਤਾ ਮਿਲਣੀ ਚਾਹੀਦੀ ਹੈ ਨਾ। ਸਿੱਖਾਂ ਦਾ ਕੋਈ ਗ੍ਰੰਥ, ਸਿੱਖਾਂ ਦੀ ਕੋਈ ਗੁਰਬਾਣੀ, ਸਿੱਖਾਂ ਦੀ ਕੋਈ ਪ੍ਰੈਕਟਿਸ ਵੀ ਉਹਨੂੰ ਸਪੋਰਟ ਨਹੀਂ ਕਰਦੀ। ਤੇ ਇਸ ਕਰਕੇ ਪੋਸੀਬਲ ਹੀ ਨਹੀਂ। ਜਿਹੜਾ ਸਰਬੱਤ ਦਾ ਭਲਾ ਮੰਨਣ ਵਾਲੇ ਲੋਕ ਨੇ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਸਜਿਦਾਂ ਆਪ ਬਣਾਈਆਂ ਹੋਣ, ਲੋਕ ਇੱਥੇ ਖੜ ਜਾਂਦੇ ਹੋਣ ਦੂਜੇ ਦੇ ਧਰਮ ਦੇ ਅਟੈਕ ਕਰਨ ਦੇ ਬਾਅਦ। ਇੱਥੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਫਤਿਹਗੜ੍ਹ ਸਾਹਿਬ ਦੇ ਵਿੱਚ ਸਰਹੰਦ ਦੀ ਲੜਾਈ ਲੜੀ ਗਈ, ਲੇਕਿਨ ਕਿਸੇ ਵੀ ਧਾਰਮਿਕ ਜਿਹੜਾ ਥਾਂ ਸੀ ਉਹਦਾ ਨੁਕਸਾਨ ਨਹੀਂ ਕੀਤਾ। ਸਿੱਖਾਂ ਦਾ ਇੱਕ ਆਪਣਾ ਇਤਿਹਾਸ ਹੈ, ਉਹ ਜੇਕਰ ਉਹਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਉਹ ਪ੍ਰਵਾਨ ਨਹੀਂ ਹੋ ਸਕਦਾ। ਇਹ ਜਿਹੜੇ ਇਹਨੇ ਜਿਹੜੇ ਕੋਸ਼ਿਸ਼ ਕੀਤੀ ਗਈ ਸੀ ਸਿੱਖਾਂ ਨੂੰ ਬਦਨਾਮ ਕਰਨ ਦੀ ਦੁਨੀਆ ਭਰ ਦੇ ਵਿੱਚ, ਉਹਦੇ ਮੂੰਹ ਦੀ ਖਾਣੀ ਪਈ। ਜਿਨ੍ਹਾਂ ਵੀ ਏਜੰਸੀਆਂ ਨੇ, ਜਿਨ੍ਹਾਂ ਵੀ ਲੋਕਾਂ ਨੇ ਕੀਤੀ ਆ, ਉਹ ਉਹਨਾਂ ਦਾ ਹਸ਼ਰ ਇਹ ਹੋਇਆ। ਇਸ ਵੇਲੇ ਇੱਕ ਜਦੋਂ ਅਸੀਂ ਇਹ ਚੀਜ਼ਾਂ ਦੇਖਦੇ ਹਾਂ, ਜਿਵੇਂ ਹੀ ਟਰੂਡੋ ਹੋਣਾ ਦਾ ਬਿਆਨ ਆਇਆ, ਉਸ ਤੋਂ ਬਾਅਦ ਟਵਿੱਟਰ ਦੇ ਉੱਪਰ ਤੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਅਲੱਗ ਤਰੀਕੇ ਦੀ ਮੂਵਮੈਂਟ ਸ਼ੁਰੂ ਹੋ ਗਈ। ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕਿ ਹੁਣ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹ ਖਾਲਿਸਤਾਨ ਮੂਵਮੈਂਟ ਜਿਹੜੀ ਹੈ ਉਹਨੂੰ ਲੀਡ ਕਰਨਗੇ। ਬਹੁਤ ਸਾਰੇ ਅਫੀਸ਼ੀਅਲ ਜਿਹੜੇ ਜਿਨ੍ਹਾਂ ਦੇ ਬਲੂ ਟਿਕ ਲੱਗਾ ਹੁੰਦਾ, ਉਹ ਚੈਨਲ ਜਿਹੜੇ ਨੇ ਉਹ ਵੀ ਲਗਾਤਾਰ ਟਿੱਪਣੀਆਂ ਕਰ ਰਹੇ ਨੇ ਕਿ ਖਾਲਿਸਤਾਨ ਮੂਵਮੈਂਟ ਨੂੰ ਵਧਾਵਾ ਦੇ ਰਹੇ ਨੇ।
ਪ੍ਰਧਾਨ ਮੰਤਰੀ ਟਰੂਡੋ ਉਹਨਾਂ ਦੇ ਦੇਸ਼ ਦੇ, ਇਹ ਲੱਗਦਾ ਕਿ ਇਹ ਇੱਕ ਏਜੰਡਾ ਚੱਲ ਰਿਹਾ ਹੈਗਾ ਵੀ ਜਿਹੜਾ ਬੰਦਾ ਕਿਉਂਕਿ ਜਦੋਂ ਅਸੀਂ ਟਰੂਡੋ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਹਿਊਮੈਨਿਟੀ ਸਭ ਤੋਂ ਉੱਪਰ ਹੈਗੀ ਹੈ, ਕਿ ਉਹਨਾਂ ਨੇ ਸਾਫ਼ ਤੌਰ 'ਤੇ ਪਾਰਲੀਮੈਂਟ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਸਾਡੇ ਸਿਟੀਜ਼ਨ ਦੇ ਉੱਪਰ ਜੇ ਇੱਦਾਂ ਦਾ ਅਟੈਕ ਹੁੰਦਾ ਤਾਂ ਅਸੀਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ। ਹਿਊਮੈਨਿਟੀ ਦੀ ਗੱਲ ਹੁੰਦੀ ਹੈ। ਇਹ ਜਿਹੜਾ ਇੱਕ ਟਰੈਂਡ ਚੱਲ ਰਿਹਾ ਹੈਗਾ ਵੀ ਜੇ ਹਿਊਮੈਨਿਟੀ ਦੀ ਗੱਲ ਕਰੋਗੇ ਤਾਂ ਤੁਹਾਨੂੰ ਐਂਟੀ ਨੇਸ਼ਨ ਬਣਾ ਦਿੱਤਾ ਜਾਊਗਾ, ਲੱਗਦਾ ਇਹ ਵੀ ਬੜੇ ਸਵਾਲਾਂ ਦੇ ਵਿੱਚ ਆਉਣ ਵਾਲੀ ਚੀਜ਼ ਹੈਗੀ। ਬਿਲਕੁਲ ਇੱਕ ਸਾਡੇ ਨਾਲ ਤਾਂ ਪਹਿਲੀ ਵਾਰ ਨਹੀਂ ਹੋ ਰਿਹਾ, ਮਿਨੋਰਟੀ ਨਾਲ ਪਹਿਲੀ ਵਾਰ ਇੰਡੀਆ 'ਚ ਨਹੀਂ ਹੋ ਰਿਹਾ ਹੈਗਾ ਕਿ ਇਸ ਤਰ੍ਹਾਂ ਕਰਨ। ਸਾਡੇ ਕਿਸਾਨ ਸੰਘਰਸ਼ ਵੇਲੇ ਵੀ ਸਾਨੂੰ ਅੱਤਵਾਦੀ ਕਿਹਾ ਗਿਆ, ਉਦੋਂ ਬਾਅਦ ਵੀ ਬਹੁਤ ਸਾਰੇ ਵਾਰੀ ਹੁੰਦਾ ਹੈਗਾ ਆ। ਲੇਕਿਨ ਗੱਲ ਹੈ ਕਿ ਇਹ ਜਿਹੜਾ ਈਵੈਂਟ ਹੈ ਇਹ ਕਿ ਤੁਹਾਡੇ ਦੇਸ਼ ਦਾ ਡੋਮੈਸਟਿਕ ਹੈ, ਇਹਦਾ ਅਸਰ ਤਾਂ ਸਾਰੀ ਦੁਨੀਆ ਤੇ ਗਲੋਬਲ ਤੇ ਹੈ। ਦੁਨੀਆ ਤੁਹਾਨੂੰ ਦੇਖ ਰਹੀ ਹੈ, ਇਹਦੇ ਨਾਲ ਤੁਹਾਡਾ ਹੋਰ ਅਕਸ ਖਰਾਬ ਹੋਏਗਾ, ਕਿਉਂਕਿ ਕੈਨੇਡਾ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਭਾਰਤ ਤੱਕ ਸੀਮਿਤ ਹੈ ਨਹੀਂਗਾ, ਉਹਨੂੰ ਸਾਰੀ ਸੰਸਾਰ ਦੇ ਲੋਕ ਦੇਖ ਰਹੇ ਆ। ਤੇ ਜੇਕਰ ਉਹਨੇ ਡੈਮਜ਼ ਕੋਈ ਗਲਤ ਬਿਆਨ ਦਿੱਤਾ ਹੈਗਾ ਪ੍ਰਧਾਨ ਮੰਤਰੀ ਨੇ, ਤਾਂ ਉਹਦਾ ਨੁਕਸਾਨ ਵੀ ਦੁਨੀਆ ਭਰ ਦੇ ਉੱਤੇ ਕੈਨੇਡਾ ਸਾਰੇ ਯੂਰਪ ਨੂੰ ਉਠਾਉਣਾ ਪਏਗਾ। ਪਰ ਜੇ ਉਹਦੇ ਨਾਲ ਹੀ ਜੇ ਉਹਦਾ ਜਿਸ ਤਰ੍ਹਾਂ ਦਾ ਪ੍ਰਤੀਕਰਮ ਭਾਰਤ 'ਚ ਕੀਤਾ ਜਾਂਦਾ ਆ, ਉਹ ਭਾਰਤ ਦੀ ਜੇ ਗਲਤ ਟਰੋਲ ਚੱਲਦੇ ਆ, ਗਲਤ IT ਸੈੱਲ ਗਲਤ ਜਿਹੜੇ ਲੋਕ ਪ੍ਰਚਾਰ ਕਰ ਰਹੇ ਆ, ਉਹ ਦੇਸ਼ ਦਾ ਓਵਰਆਲ ਨੁਕਸਾਨ ਕਰ ਰਿਹਾ। ਓਵਰਆਲ ਤਸਵੀਰ ਕਿਹਦੀ ਖਰਾਬ ਹੋਏਗੀ? ਦੇਸ਼ ਦੀ ਖਰਾਬ ਹੋਏਗੀ ਨਾ। ਉਹਦੇ ਨਾਲ ਜਿਹਦੀ ਟਰੋਲਿੰਗ ਕੀਤੀ ਜਾਏ ਤਾਂ ਉਹਦਾ ਕੀ ਫਾਇਦਾ ਹੋਏਗਾ? ਵੱਧ ਤੋਂ ਵੱਧ ਇਲੈਕਸ਼ਨ ਦੇ ਵਿੱਚ ਆਉਣ ਵਾਲੇ 24 ਦੇ ਵਿੱਚ ਕੁਝ ਸੀਟਾਂ 2-4 ਵੱਧ ਇੱਧਰ ਉੱਧਰ ਹੋ ਜਾਣਗੀਆਂ। ਵੈਸੇ ਤਾਂ ਹੁਣ ਕਿਉਂਕਿ ਜਿਹੜੀਆਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੇ ਉਹਨਾਂ ਨੂੰ ਤੁਸੀਂ ਐਵੇਂ ਦੇ ਮੈਨੇਜਮੈਂਟ ਕਰਕੇ ਪ੍ਰਭਾਵਿਤ ਨਹੀਂ ਕਰ ਸਕਦੇ ਹੁਣ, ਕਿਉਂਕਿ ਲੋਕਾਂ ਦੇ ਦੂਸਰੇ ਇੰਟਰਸਟ ਬਹੁਤ ਜ਼ਿਆਦਾ ਹੈਗੇ ਆ। ਤੇ ਉਹ ਤੁਹਾਨੂੰ ਦੱਸਣਾ ਪਏਗਾ ਲੋਕਾਂ ਦੇ ਨਾਲ ਕਿ 9 ਸਾਲ ਲੰਮਾ ਸਮਾਂ ਹੋ ਗਿਆ ਹੈ। ਹੁਣ ਸਿਰਫ ਨਾਅਰਿਆਂ ਨਾਲ ਸਿਆਸਤ ਨਹੀਂ ਕੀਤੀ ਜਾ ਸਕਦੀ, ਇਹਦੇ ਨਾਲ ਕੋਈ ਫੀਲਡ 'ਚ ਕੰਮ ਕਰ ਆਊਟਪੁੱਟ ਵੀ ਦੱਸਣੀ ਪਊਗੀ ਤੁਸੀਂ ਇੰਨੇ ਚਿਰ ਦੇ ਵਿੱਚ ਕੀ ਕੀਤਾ, ਕਿਉਂਕਿ 10 ਸਾਲ ਹੋ ਜਾਣੇ ਜਦੋਂ 24 ਤੱਕ ਇਲੈਕਸ਼ਨ ਆਉਣੀਆਂ ਤੇ ਤੁਹਾਨੂੰ 10 ਸਾਲ ਦਾ ਰਿਪੋਰਟ ਵੀ ਦੇਣਾ ਪੈਣਾ, ਰਿਪੋਰਟ ਕਾਰਡ ਵੀ ਦੇਣਾ ਪੈਣਾ। ਸਾਊਥ ਵਾਲੇ ਪਾਸੇ ਵੀ ਵਿਰੋਧ ਚੱਲ ਰਿਹਾ, ਲੋਕਾਂ ਦੇ ਵਿੱਚ ਅਸਥਿਰਤਾ ਹੈਗੀ ਹੈ। ਇਹ ਸਾਰੀਆਂ ਚੀਜ਼ਾਂ ਓਵਰਆਲ ਪੰਜਾਬ ਵੀ ਇਸ ਵੇਲੇ ਉਸੇ ਦੌਰ 'ਚੋਂ ਲੰਘ ਰਿਹਾ ਹੈਗਾ। ਲੱਗਦਾ ਕਿ ਵੱਖ-ਵੱਖ ਸਟੇਟਾਂ ਇਸ ਵੇਲੇ ਕੋਸ਼ਿਸ਼ ਕਰ ਰਹੀਆਂ ਨੇ ਕਿ ਸਾਡੀ ਆਵਾਜ਼ ਸੁਣੀ ਜਾਵੇ, ਪਰ ਇੱਕ ਦਬਾਉਣ ਦੀ ਰਣਨੀਤੀ ਇਸ ਵੇਲੇ ਉਹ ਜ਼ਿਆਦਾ ਹਾਵੀ ਹੋ ਰਹੀ ਹੈ। ਇਸੇ ਕਰਕੇ ਲੋਕਾਂ ਦੇ ਵਿੱਚ ਰਿਪਰੈਸ਼ਨ ਦੇ ਨਾਲ ਇੱਕ ਕਹਿੰਦੇ ਨਹੀਂ ਹੁੰਦੇ ਕਿ ਆਪਾਂ ਉਹ ਰਿਜ਼ੈਂਟਮੈਂਟ ਕਰ ਰਹੇ ਨੇ, ਰਿਜ਼ੈਂਟਮੈਂਟ ਦਿਖਾ ਰਹੇ ਨੇ ਲੋਕ। ਕੋ ਸਾਡਾ ਦੇਸ਼ ਯੂਨੀਅਨ ਆਫ ਸਟੇਟਸ ਹੈਗਾ, ਅਸੀਂ ਦੇਸ਼ ਜੋੜ ਕੇ ਬਣੇ ਹੋਏ ਸਾਰੇ, ਤਾਂ ਉਹਦੇ ਵਿੱਚ ਲੋਕਾਂ ਦੇ ਬਹੁਤ ਸਾਰੇ ਧਰਮ ਨੇ, ਬਹੁਤ ਸਾਰੀ ਸਾਡੇ ਭੂਗੋਲਿਕ ਨੇ, ਸਾਡੀਆਂ ਭਾਸ਼ਾਵਾਂ ਅਲੱਗ ਨੇ। ਉਹਦੇ ਵਿੱਚ ਜਿਹੜੀ ਇਕਸੁਰਤਾ ਲਿਆਉਣ ਦੀ ਜੇ ਦੇਸ਼ ਦੇ ਘਾੜੇ ਸੀਗੇ ਉਹਨਾਂ ਦਾ ਮਨੋਰਥ ਸੀ ਇਹਨਾਂ ਦੇ ਵਿੱਚ ਇਕਸੁਰਤਾ ਲਿਆਂਦੀ ਜਾਵੇ। ਇਹ ਜਿਹੜੇ ਅੱਜ ਦੇ ਹਾਕਮ ਨੇ ਇੱਕ ਸਾਰਤਾ ਕਰਨਾ ਚਾਹੁੰਦੇ, ਇੱਕ ਰੰਗ 'ਚ ਕੰਗਣਾ ਚਾਹੁੰਦੇ ਆ। ਤਾਂ ਉਹਦੇ ਨਾਲ ਜਿਹੜੇ ਵੀ ਲੋਕ ਪ੍ਰਭਾਵਿਤ ਹੁੰਦੇ ਆ ਸਾਊਥ ਦੇ, ਨਾਰਥ ਸਾਊਥ ਦੇ ਸਾਰੇ ਪਾਸੇ ਆ। ਹੁਣ ਵੀ ਜਿਹੜਾ ਯੂਨੀਫਾਰਮ ਸਿਵਲ ਕੋਡ ਦੀ ਗੱਲ ਕੀਤੀ ਜਾ ਰਹੀ ਹੈ, ਕਿਵੇਂ ਹੁਣ ਵੀ ਇਹ ਕਹਿ ਰਿਹਾ ਕਿ ਫਲਾਣੇ ਕਬੀਲਿਆਂ ਨੂੰ ਅਸੀਂ ਛੋਟ ਦੇਣੀ ਹੈ, ਤੇ ਜਿਹਨੂੰ ਛੋਟ ਦੇ ਤੇ ਉਹ ਯੂਨੀਕੋਡ ਕਿਵੇਂ ਰਹਿ ਜਾਏਗਾ ਤੁਹਾਡਾ? ਉਹ ਸਾਰਾ ਕੁਝ ਹੈਗਾ। ਕੁਝ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਇੱਕ ਜਿਹੜਾ ਕਤਾਰਬੰਦੀ ਕਰਨ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਇਹ ਕਈ ਦਹਾਕੇ ਨਹੀਂ ਚੱਲਦੇ, ਇੱਕ ਅੱਧੇ ਦਹਾਕੇ ਤਾਂ ਚੱਲ ਜਾਂਦੇ ਹੁੰਦੇ ਆ। ਲੰਮਾ ਸਮਾਂ ਲੋਕ ਜੋ ਅੱਜ ਦੁਨੀਆ ਦੇ ਉੱਤੇ ਜਿਸ ਦੌਰ 'ਚ ਅਸੀਂ ਜੀ ਰਹੇ ਹਾਂ, ਇਸ ਦੌਰ ਦੇ ਵਿੱਚ ਦਹਾਕਿਆਂ ਪ੍ਰਤੀ ਲੋਕਾਂ ਨੂੰ ਗੁੰਮਰਾਹ ਕਰਕੇ ਚੱਲਣਾ ਬੜਾ ਔਖਾ ਹੁੰਦਾ। ਖੁਸ਼ਹਾਲ ਜੀ, ਇੱਕ ਬੜੀ ਅਹਿਮ ਚੀਜ਼ ਆ ਕਿ ਉਧਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਹੁਕਮਾਂ ਤੋਂ ਬਾਅਦ ਇੰਡੀਅਨ ਸਫੀਅਰ ਜਿਹੜਾ ਹੈਗਾ ਉਹਨੂੰ ਵਾਪਸ ਜਾਣ ਦੇ ਹੁਕਮ ਦਿੱਤੇ ਗਏ, ਤਾਂ ਇੱਧਰੋਂ ਇਹਨਾਂ ਨੇ ਵੀ ਕਿਹਾ ਕਿ 5 ਦਿਨ ਦਾ ਸਮਾਂ ਦਿੰਦੇ ਆਪਣਾ ਸਫੀਅਰ ਜਿਹੜਾ ਉਹਨੂੰ ਵਾਪਸ ਬੁਲਾ ਲਓ। ਉਹ ਪਹਿਲ ਦੇ ਆਧਾਰ 'ਤੇ ਇੱਥੋਂ ਉਹ ਵੀ ਚਲੇ ਗਏ ਨੇ। ਤਾਂ ਦੋਹਾਂ ਮੁਲਕਾਂ ਦੇ ਵਿੱਚ ਟਸਲ ਜਿਹੜੀ ਹੈਗੀ, ਕਿਉਂਕਿ ਇਸ ਵੇਲੇ ਇਹ ਵੀ ਅਸੀਂ ਦੇਖਦੇ ਹਾਂ ਕਿ ਇੱਕ ਵੱਡੀ ਆਬਾਦੀ ਜਿਹੜੀ ਹੈ ਉਹ ਲਗਾਤਾਰ ਵੀਜ਼ਾ ਲੈ ਕੇ, ਸਟੂਡੈਂਟ ਵੀਜ਼ਾ ਲੈ ਕੇ ਖਾਸ ਕਰਕੇ ਉਹ ਵਿਦੇਸ਼ਾਂ ਵੱਲ, ਖਾਸ ਕਰਕੇ ਕੈਨੇਡਾ ਦੀ ਧਰਤੀ 'ਤੇ ਜਾ ਰਹੀ ਹੈ। ਹੁਣ ਇਹ ਜਿਹੜੇ ਦੋਹਾਂ ਮੁਲਕਾਂ ਦੇ ਵਿਚਾਲੇ ਜਿਹੜੇ ਹਾਲਾਤ ਬਣੇ ਨੇ, ਕਿਉਂਕਿ ਪਹਿਲਾਂ ਵੀ ਟਾਕ ਦੀ ਗੱਲਬਾਤ ਚੱਲੀ, ਗੱਲਬਾਤ ਤੋਂ ਇਹ ਸਾਫ਼ ਨਜ਼ਰ ਆ ਰਿਹਾ ਸੀ ਕਿ ਜਿਸ ਤਰੀਕੇ ਨਾਲ ਕਿਉਂਕਿ ਟਰੂਡੋ ਹੋਰਾਂ ਦੇ ਨਾਲ, ਜਸਟਿਨ ਟਰੂਡੋ ਦੇ ਨਾਲ ਵਰਤਾਓ ਕੀਤਾ ਗਿਆ, ਤਾਂ ਉਹਦੇ ਵਿੱਚ ਉਹ ਸਾਫ਼ ਤੌਰ 'ਤੇ ਉਹਨਾਂ ਦਾ ਅਕਸ ਝਲਕ ਰਿਹਾ ਸੀਗਾ ਕਿ ਕਿੱਦਾਂ ਦੇ ਹਾਲਾਤ ਬਣ ਰਹੇ ਨੇ ਦੋਹਾਂ ਦੇਸ਼ਾਂ ਦੇ ਵਿਚਾਲੇ। ਹੁਣ ਇਹ ਦੋਹਾਂ ਦੇਸ਼ਾਂ ਦੇ ਵਿਚਾਲੇ ਜਿਹੜੇ ਹਾਲਾਤ ਬਣੇ ਨੇ, ਇਹਨਾਂ ਦਾ ਜਿਹੜਾ ਸਟੂਡੈਂਟ ਮਾਈਗ੍ਰੇਟ ਕਰ ਰਿਹਾ ਹੈਗਾ ਜਾਂ ਹੋਰ ਲੋਕ ਜਿਹੜੇ ਕੈਨੇਡਾ 'ਚ ਵੱਸਦੇ ਨੇ ਜਾਂ ਜਿਹੜੇ ਇਸ ਵੇਲੇ ਜਾਣਾ ਚਾਹੁੰਦੇ ਨੇ, ਇਹ ਸਾਰੇ ਰਿਲੇਸ਼ਨ 'ਤੇ ਕੀ ਫਰਕ ਪਊਗਾ ਤੁਹਾਡੇ ਸਾਹਮਣੇ? ਕੀ ਅਸਰ ਪੈਣ ਵਾਲਾ ਹੈਗਾ? ਕੀ ਪੰਜਾਬ ਦੀ ਸਰਕਾਰ ਨੂੰ ਜਾਂ ਕੇਂਦਰ ਦੀ ਸਰਕਾਰ ਨੂੰ ਇਸ ਬਾਬਤ ਵੀ ਸੋਚਣ ਦੀ ਲੋੜ ਹੈਗੀ? ਬਿਲਕੁਲ ਜੀ, ਤੁਹਾਡੀ ਇਕਨੋਮੀ ਜਿਹੜੀ ਹੈਗੀ ਹੈ, ਜਿਹੜੇ ਉਹ ਪੱਧਰ ਹੈ ਜਿਸ ਪੱਧਰ 'ਤੇ ਅਸੀਂ ਚੱਲ ਰਹੇ ਹਾਂ, ਅਸੀਂ ਅਫੋਰਡ ਨਹੀਂ ਕਰ ਸਕਦੇ ਕਿ ਲੜਾਈ ਇਸ ਪੱਧਰ 'ਤੇ ਹੋਵੇ। ਭਾਰਤ ਅਫੋਰਡ ਨਹੀਂ ਕਰ ਸਕਦਾ ਜਿੱਥੋਂ 33% ਲੋਕ ਰਾਤ ਨੂੰ ਭੁੱਖੇ ਸੌਂਦੇ ਹੋਣ। ਉਹ ਦੇਸ਼ ਦੇ ਜਿਹੜੀ ਦੁਨੀਆ ਦੇ ਵਿੱਚ ਤੀਜੇ ਨੰਬਰ ਦੀ ਇਕਨੋਮੀ ਹੈ ਉਹਦੇ ਨਾਲ ਟਕਰਾਵੇ, ਇਹ ਵਾਰਾ ਨਹੀਂ ਖਾਂਦਾ ਕਿਸੇ ਨਾ, ਉਹਨਾਂ ਨੂੰ ਵੀ ਨਹੀਂ ਵਾਰਾ ਖਾਂਦਾ। ਉਹਨਾਂ ਦੀ ਮੰਡੀ ਬਹੁਤ ਵੱਡੀ, ਤੇ ਇਹਦੇ ਵਿੱਚ ਮੇਰੇ ਖਿਆਲ ਰਾਹ ਜਿਹੜਾ ਲੱਭਣ ਦਾ ਜਿਹੜਾ ਯਤਨ ਹੈ ਉਹ ਛੇਤੀ ਸ਼ੁਰੂ ਹੋ ਗਏ ਹੋਣਗੇ ਜਾਂ ਹੋ ਜਾਣਗੇ। ਇਹ ਲੰਮਾ ਟਾਈਮ ਚੱਲ ਨਹੀਂ ਸਕਦੇ। ਜਿੱਥੋਂ ਤੱਕ ਹੈਗਾ ਐਮਬੈਸੀ ਦਾ, ਇਹ ਅੱਜ ਅਸੀਂ ਦੇਖਿਆ ਪਾਕਿਸਤਾਨ ਨਾਲ ਵੀ ਬੰਦ ਹੈ ਸਾਡੀ ਕਾਫੀ ਚਿਰ ਤੋਂ, ਲੇਕਿਨ ਵਿਜੇ
ਹੋਰ ਜਿਹੜੇ ਅੱਜ ਕੱਲ੍ਹ ਦੇ ਸਾਧਨ ਨੇ ਈਮੇਲ ਰਾਹੀਂ ਜਾਂ ਹੋਰ ਰਾਹੀਂ ਨੇ ਉਹ ਹੋ ਜਾਂਦੇ ਆ। ਉਹਦਾ ਕੋਈ ਰਸਤਾ ਲੱਭ ਲਿਆ ਜਾਏਗਾ, ਕਿਉਂਕਿ ਪੰਜਾਬ ਦੇ ਵਿੱਚੋਂ ਲਗਾਤਾਰ ਜਿਹੜਾ ਚੰਗੇ ਮਾੜੇ 'ਚ ਜਾਣਾ ਪੈਣਾ, ਅਤੇ ਉੱਥੋਂ ਵੀ ਬੰਦਿਆਂ ਨੇ ਆਉਣਾ, ਇੱਥੋਂ ਵੀ ਜਾਣਾ, ਬੰਦ ਤੁਸੀਂ ਕਰ ਨਹੀਂ ਸਕਦੇ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਮੈਨੂੰ ਲੱਗਦਾ ਕਿ ਭਾਰਤ ਵੀ ਬਹੁਤ ਸਮਾਂ ਇਸ ਪਾਲਿਸੀ 'ਤੇ ਚੱਲ ਨਹੀਂ ਸਕਦਾ, ਉਹਨਾਂ ਨੂੰ ਕਰਨਾ ਪਏਗਾ। ਤੇ ਉਧਰ ਉਹਨਾਂ ਦੀ ਵੀ ਜ਼ਰੂਰਤ ਹੈਗੀ ਹੈ, ਇਹ ਨਹੀਂ ਵੀ ਸਾਡੇ ਇਕੱਲੇ ਇੱਕ ਵੱਡੀ ਮੰਡੀ ਹੈਗੀ ਹੈ। ਆਖਰੀ ਸਵਾਲ ਖੁਸ਼ਹਾਲ ਜੀ, ਕਿਉਂਕਿ 24 ਦੀਆਂ ਇਲੈਕਸ਼ਨ ਨੇੜੇ ਨੇ, ਅਕਸਰ ਮੈਨੂੰ ਰਾਹਤ ਇੰਦੋਰੀ ਹੋਰਾਂ ਦਾ ਇੱਕ ਉਹ ਜਿਹੜਾ ਕਿਹਾ ਹੋਇਆ ਕਲਾਮ ਉਹ ਯਾਦ ਆ ਜਾਂਦਾ ਕਿ ਸਰਹੱਦੋਂ ਪਰ ਤਣਾਅ ਹੈ ਕਿਆ, ਪੂਛੋ ਤੋਂ ਚੁਣਾਵ ਹੈ ਕਿਆ। ਤਾਂ ਕਸ਼ਮੀਰ ਵਾਲੇ ਪਾਸਿਓਂ ਫਿਰ ਉੱਦਾਂ ਦੀਆਂ ਖਬਰਾਂ ਸ਼ੁਰੂ ਹੋ ਗਈਆਂ ਆਉਣੀਆਂ ਕਿ ਉੱਥੇ ਲਗਾਤਾਰ ਮੁੱਠਭੇੜ ਚੱਲ ਰਹੀ ਹੈ, 6 ਦਿਨ ਹੋ ਗਏ ਹਲੇ ਵੀ ਮੁਕਾਬਲਾ ਚੱਲ ਰਿਹਾ ਹੈਗਾ। 3 ਸ਼ਹੀਦ ਜਵਾਨ ਜਿਹੜੇ ਉਹਨਾਂ ਦੀਆਂ ਲਾਸ਼ਾਂ ਪੰਜਾਬ ਤੇ ਵੱਖ-ਵੱਖ ਹਿੱਸਿਆਂ 'ਚ ਜਾਂਦੀਆਂ ਦੇਸ਼ ਦੇ, ਉੱਥੇ ਮਾਤਮ ਕਿਸ ਤਰੀਕੇ ਨਾਲ ਛਾਉਂਦਾ ਹੈਗਾ। ਲੱਗਦਾ ਕਿ ਉਹੀ ਹੋ ਰਿਹਾ, ਦੁਬਾਰਾ ਉਹੀ ਚੀਜ਼ਾਂ ਹੋ ਰਹੀਆਂ ਨੇ। ਬੜੀ ਚਿੰਤਾ ਦੀ ਗੱਲ ਹੈ, ਇਹਦੇ ਪਿੱਛੇ ਵੀ ਬਹੁਤ ਸਵਾਲ ਨੇ। ਬਿਲਕੁਲ ਜੀ, ਸਾਡੇ ਜਿਹੜੇ ਆ ਸਾਡੇ ਹਾਕਮ ਨੇ ਇਹ ਹਰੇਕ ਚੀਜ਼ ਨੂੰ ਅਮਨ ਕਾਨੂੰਨ ਦੇ ਮਸਲੇ ਨਾਲ ਨਜਿੱਠਣਾ ਚਾਹੁੰਦੇ ਆ। ਜਿਹੜੀਆਂ ਕਿਸੇ ਵੀ ਸਟੇਟ ਦੀਆਂ ਪੋਲੀਟੀਕਲ ਜ਼ਰੂਰਤਾਂ ਨੇ, ਪੋਲੀਟੀਕਲ ਲੋੜਾਂ ਨੇ, ਉਹਨਾਂ ਨੂੰ ਉਸ ਪੋਲੀਟੀਕਲ ਤਰੀਕੇ ਨਾਲ ਨਜਿੱਠਣਾ ਚਾਹੀਦਾ ਹੈ। ਕਸ਼ਮੀਰ ਸਿਰਫ ਅਮਨ ਕਾਨੂੰਨ ਦਾ ਮਸਲਾ ਨਹੀਂ ਹੈ, ਉਹ ਇੱਕ ਪੋਲੀਟੀਕਲ ਸਵਾਲ ਹੈ, ਉਹਨੂੰ ਪੋਲੀਟੀਕਲ ਹੱਲ ਕਰਨਾ ਚਾਹੀਦਾ। ਉਹ ਸਾਡੇ ਜਿਹੜੇ ਹਾਕਮ ਹਾਲੇ ਇਸ ਪਾਸੇ ਨਹੀਂ, ਕਿਉਂਕਿ ਉਹ ਭਾਈਚਾਰੇ ਨਾਲ ਇਹਨਾਂ ਨੇ ਉਸ ਭਾਈਚਾਰੇ ਨੂੰ ਖਲਨਾਇਕ ਬਣਾ ਕੇ ਸਾਰੇ ਹਿੰਦੁਸਤਾਨ ਤੋਂ ਵੋਟਾਂ ਲੈਣੀਆਂ ਨੇ। ਸੋ ਇਸ ਕਰਕੇ ਹਾਲੇ ਮੈਨੂੰ ਉਮੀਦ ਨਹੀਂ ਕਿ ਉੱਥੇ ਅਮਨ ਸ਼ਾਂਤੀ ਲਿਆਉਣ ਵਾਸਤੇ ਯਤਨ ਕਰਨੇ ਪੈਣਗੇ। ਲੇਕਿਨ ਜੇਕਰ ਇਹਦਾ ਜਿਹੜਾ ਸਾਨੂੰ ਨੁਕਸਾਨ ਓਵਰਆਲ ਵੀ ਹੋਏਗਾ, ਜਿਸ ਤਰ੍ਹਾਂ ਦੀ ਕਤਾਰਬੰਦੀ ਸਾਰੀ ਦੁਨੀਆ 'ਤੇ ਹੋ ਰਹੀ ਹੈ, ਤਾਂ ਉਹਦੇ ਨਾਲ ਜਿਹੜਾ ਆ, ਕਿਉਂਕਿ ਗੜਬੜ ਜਿਹੜੇ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਵੀ ਪਾਵਰਾਂ ਹੈਗੀਆਂ ਨੇ ਉਹਨਾਂ ਨੂੰ ਬਲ ਮਿਲਦਾ ਹੈਗਾ ਆ। ਤੋ ਇਸ ਕਰਕੇ ਮੈਨੂੰ ਲੱਗਦਾ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈਗਾ ਕਿ ਦੇਸ਼ ਦੇ ਜਿਹੜੇ ਵੱਡੇ ਇੰਟਰਸਟ ਨੇ ਉਹਨਾਂ ਵਾਸਤੇ ਛੋਟੇ ਜਿਹੜੀਆਂ ਇੰਟਰਸਟ ਨੇ ਉਹਨਾਂ ਨੂੰ ਇਗਨੋਰ ਕਰਨਾ ਚਾਹੀਦਾ। ਬਹੁਤ ਸ਼ੁਕਰੀਆ ਧੰਨਵਾਦ। ਸੋ ਸਨ ਖੁਸ਼ਹਾਲ ਸਿੰਘ ਜੀ ਬੜੇ ਵਿਭਾਗ ਢੰਗ ਦੇ ਨਾਲ ਤਮਾਮ ਮਸਲੇ 'ਤੇ ਗੱਲਬਾਤ ਕਰਕੇ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਵਕਤ ਜਿਹੜੀ ਦੋ ਮੁਲਕਾਂ ਦੇ ਵਿਚਾਲੇ ਇਹ ਟਸਲ ਚੱਲ ਰਹੀ ਹੈ, ਇਹਦੇ ਨਤੀਜੇ ਦੋਹਾਂ ਦੇਸ਼ਾਂ ਦੇ ਲਈ ਖਤਰਨਾਕ ਨੇ। ਦੋਹਾਂ ਦੇਸ਼ਾਂ ਲਈ ਖਤਰਨਾਕ ਇਸ ਤਰੀਕੇ ਨਾਲ ਕਿਉਂਕਿ ਭਾਰਤ ਜਿਹੜਾ ਹੈਗਾ ਜੇ ਉਹ ਕਿਸੇ ਨਾਲ ਇਸ ਤਰੀਕੇ ਨਾਲ ਟਸਲ ਦੇ ਵਿੱਚ ਪੈਂਦਾ ਹੈਗਾ ਤਾਂ ਇਹਨਾਂ ਦੇ ਲਈ ਵਾਜਬ ਨਹੀਂ ਹੈਗਾ ਇਸ ਵੇਲੇ ਜਿਹੜੇ ਹਾਲਾਤਾਂ ਦੇ ਵਿੱਚ ਭਾਰਤ ਹੈਗਾ। ਕਿਉਂਕਿ ਇਕੋਨਮੀ ਦੇ ਤੌਰ 'ਤੇ ਜਾਂ ਜਿਸ ਤਰੀਕੇ ਨਾਲ ਕਰੋਨਾ ਦਾ ਸਮਾਂ ਲੰਘਿਆ ਤਾਂ ਉਸ ਤੋਂ ਬਾਅਦ ਜਿਸ ਡਿਪਰੈਸ਼ਨ ਦੇ ਵਿੱਚੋਂ ਜਾਂ ਜਿਸ ਨਿਘਾਰ ਦੇ ਵਿੱਚੋਂ ਭਾਰਤ ਦੀ ਇਕੋਨਮੀ ਲੰਘ ਰਹੀ ਹੈ, ਤਾਂ ਉਸ ਹਾਲਾਤਾਂ ਦੇ ਵਿੱਚ ਇੱਦਾਂ ਦੀ ਕੰਟਰੀ ਦੇ ਨਾਲ ਆਡਾ ਲਾਉਣਾ ਜਿਹੜੀ ਦੇਸ਼ ਦੀ ਤੀਸਰੇ ਨੰਬਰ ਦੀ ਪਾਵਰ ਹੋਵੇ ਤਾਂ ਉਹ ਸੰਭਵ ਨਹੀਂ। ਤਾਂ ਦੂਸਰੇ ਪਾਸੇ ਕੈਨੇਡਾ ਦੇ ਲਈ ਵੀ ਭਾਰਤ ਇੱਕ ਵੱਡੀ ਮੰਡੀ ਹੈਗੀ ਹੈ, ਇਸ ਕਰਕੇ ਉਹਨਾਂ ਲਈ ਵੀ ਵਾਜਬ ਨਹੀਂ ਹੈਗਾ ਕਿ ਇੱਦਾਂ ਦੀ ਟਸਲ 'ਚ ਪਿਆ ਜਾਵੇ। ਪਰ ਫਿਲਹਾਲ ਹਿਊਮੈਨਿਟੀ ਦੀ ਗੱਲ ਹੋ ਰਹੀ ਹੈ ਤਾਂ ਉਸ ਨੂੰ ਆਧਾਰ ਬਣਾ ਕੇ ਸਿੱਧੇ ਤੌਰ 'ਤੇ ਚਰਚਾ ਹੋ ਰਹੀ ਹੈ ਕਿ ਜਿੱਥੇ ਮਨੁੱਖਤਾ ਦੇ ਉੱਪਰ ਹਨਨ ਹੋ ਰਿਹਾ ਹੋਵੇ ਜਾਂ ਘਾਣ ਹੋ ਰਿਹਾ ਹੋਵੇ ਜਾਂ ਹਮਲਾ ਹੋ ਰਿਹਾ ਹੋਵੇ, ਉੱਥੇ ਬੋਲਣਾ ਬਹੁਤ ਜ਼ਰੂਰੀ ਹੈਗਾ। ਹਾਲਾਂਕਿ ਭਾਰਤ ਦੇ ਵਿੱਚੋਂ, ਪੰਜਾਬ ਦੇ ਵਿੱਚੋਂ ਖਾਸ ਕਰਕੇ ਬਹੁਤ ਸਾਰੇ ਨੁਮਾਇੰਦੇ ਜਿਹੜੇ ਨੇ ਉਹਨਾਂ ਦੀਆਂ ਬਿਆਨਬਾਜ਼ੀਆਂ ਹਾਲੇ ਤੱਕ ਸਾਹਮਣੇ ਨਹੀਂ ਆ ਰਹੀਆਂ, ਜਿਹੜੀ ਚਿੰਤਾ ਦੀ ਗੱਲ ਹੈ। ਕਿਉਂਕਿ ਜਦੋਂ ਹਿਊਮੈਨਿਟੀ ਦੀ ਗੱਲ ਹੋਵੇ, ਕਿਸੇ ਦੇ ਕਤਲ ਦੀ ਗੱਲ ਹੋਵੇ, ਤੇ ਖਾਸ ਕਰਕੇ ਇਹ ਸਵਾਲ ਉੱਠਣ ਕਿ ਕਿਸੇ ਵੱਲੋਂ ਜਾਣਬੁੱਝ ਕੇ ਇਹ ਕਤਲ ਕਰਵਾਏ ਗਏ ਨੇ, ਤਾਂ ਉੱਥੇ ਬਹੁਤ ਸ਼ੰਕੇ ਪੈਦਾ ਹੋ ਜਾਂਦੇ ਨੇ। ਫਿਲਹਾਲ ਦੇਖਣਾ ਹੋਵੇਗਾ ਕਿ ਇਹ ਮਸਲਾ ਜਿਹੜਾ ਹੈਗਾ ਇਸ ਨੂੰ ਦੋਵੇਂ ਮੁਲਕ ਕਿਸ ਤਰੀਕੇ ਨਾਲ ਸੁਲਝਾਉਂਦੇ ਨੇ, ਕਿਉਂਕਿ ਹਾਲਾਂਕਿ ਇਹ ਵੀ ਟਿੱਪਣੀਆਂ ਆ ਰਹੀਆਂ ਨੇ ਕਿ ਦੋਵਾਂ ਮੁਲਕਾਂ ਨੂੰ ਇਸ ਮਸਲੇ 'ਤੇ ਬੈਠ ਕੇ ਵਿਚਾਰ ਕਰ ਲੈਣੀ ਚਾਹੀਦੀ ਹੈ ਤੇ ਮਸਲੇ ਦਾ ਕੋਈ ਸਾਂਝਾ ਹੱਲ ਕੱਢਣਾ ਚਾਹੀਦਾ। ਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ। ਪੰਜਵਾੜਾ ਦੀ ਗੱਲ ਕਰ ਲਈਏ, ਹਰਦੀਪ ਸਿੰਘ ਦੀ ਗੱਲ ਕਰ ਲਈਏ, ਖੰਡਾ ਦੀ ਗੱਲ ਕਰ ਲਈਏ, ਤਾਂ ਬਹੁਤ ਸਾਰੇ ਸਿੰਘਾਂ ਦੀਆਂ ਖਬਰਾਂ ਜਿਹੜੀਆਂ ਵੱਖ-ਵੱਖ ਮੁਲਕਾਂ ਤੋਂ ਆਈਆਂ ਤਾਂ ਉਹਨਾਂ ਦੇ ਪਿੱਛੇ ਸ਼ੰਕੇ ਬਹੁਤ ਸੀਗੇ। ਫਿਲਹਾਲ ਦੇਖਣਾ ਹੋਵੇਗਾ ਕਿ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਕਿ ਇਹਨਾਂ ਦੇ ਪਿੱਛੇ ਪੋਲੀਟੀਕਲ ਕਾਰਨ ਨੇ ਜਾਂ ਫਿਰ ਇਹਦੇ ਪਿੱਛੇ ਵੀ ਰਾਜਨੀਤੀ ਹੋ ਰਹੀ ਹੈ। ਬਹੁਤ ਸਾਰੇ ਸ਼ੰਕੇ ਨੇ, ਸਵਾਲ ਨੇ। ਤੁਸੀਂ ਇਸ ਬਾਬਤ ਕੀ ਸੋਚਦੇ ਹੋ? ਆਪਣੇ ਕਮੈਂਟ, ਆਪਣੇ ਟਿੱਪਣੀ ਜ਼ਰੂਰ ਸਾਂਝੇ ਕਰੋ। ਸਹਿਯੋਗੀ ਲਖਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਚੰਡੀਗੜ੍ਹ।